ਡਰੋਲੀ ਸਾਹਿਬ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਜਲੰਧਰ ਦੇ ਸਰਦਾਰ ਨਰਿੰਦਰ ਸਿੰਘ ਜੀ ਖੁਸਰੋਪੁਰ ਉਹ ਹੈਗੇ ਆ ਕਪੂਰਥਲੇ ਜ਼ਿਲ੍ਹੇ ਦੇ ਪ੍ਰਧਾਨ ਤੇ ਸਮੁੱਚੀ ਜਥੇਬੰਦੀ ਰਾਣਾ ਜੀ ਬਹੁਜਨ ਕ੍ਰਾਂਤੀ ਮੋਰਚੇ ਦੇ ਪ੍ਰਧਾਨ ਹੈ ਤੇ ਰਾਸ਼ਟਰੀ ਮੁਸਲਿਮ ਮੋਰਚੇ ਦੇ ਬਹੁਜਨ ਕ੍ਰਾਂਤੀ ਮੋਰਚੇ ਦੇ ਹਾਫਿਜ਼ ਕਰਾਰ ਜੀ ਇਹ ਪ੍ਰਧਾਨ ਨੇ। ਅੱਜ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਜਿਹੜਾ ਨਰਿੰਦਰ ਮੋਦੀ ਨੇ ਅੱਜ ਅਯੁੱਧਿਆ ਦੇ ਵਿੱਚ ਬਾਬਰੀ ਮਸਜਿਦ ਨੂੰ ਜਿਹੜਾ ਸੁਪਰੀਮ ਕੋਰਟ ਨੇ ਗੈਰ ਕਾਨੂੰਨੀ ਢੰਗ ਨਾਲ ਸੰਵਿਧਾਨ ਦੀ ਧਾਰਾ 14, 19, 21 ਦੀਆਂ ਧੱਜੀਆਂ ਡਾ ਕੇ ਜਿਹੜਾ ਬਾਬਰੀ ਮਸਜਿਦ ਦੇ ਵਿਰੋਧ ਦੇ ਵਿੱਚ ਫੈਸਲਾ ਦਿੱਤਾ, ਜਿਸ ਨੂੰ ਪੂਰੀ 85% ਲੋਕਾਂ ਨੇ ਨਾ ਮੰਨਿਆ ਨਾ ਕਦੇ ਮੰਨਣਗੇ। ਅੱਜ ਉਹਨਾਂ ਨੇ ਸੰਵਿਧਾਨ ਦੀ ਧਾਰਾ 74A ਤੇ 75A ਦੀ ਧੱਜੀਆਂ ਡਾ ਦਿੱਤੀਆਂ। ਜਦੋਂ ਕਿ ਪ੍ਰਧਾਨ ਮੰਤਰੀ ਕਿਸੇ ਪਾਰਟੀ ਦਾ ਬਣ ਜਾਵੇ, ਉਹ ਨਾ ਮੰਦਰ ਦਾ ਉਦਘਾਟਨ ਕਰ ਸਕਦਾ, ਨਾ ਮਸਜਿਦ ਦਾ, ਨਾ ਗੁਰਦੁਆਰੇ ਦਾ, ਨਾ ਗਿਰਜਾ ਘਰ ਦਾ। ਫਰਜ਼ ਕਰੋ ਜੇਕਰ ਕੋਈ ਸਹਿਮਤੀ ਵੀ ਹੋਵੇ, ਚਲੋ ਵੀ ਸਾਰਾ ਇਕੱਠਾ ਕਰ ਲਾ, ਫਿਰ ਵੀ ਉਹ ਕਾਨੂੰਨ ਦੇ ਮੁਤਾਬਕ ਨਹੀਂ ਕਰ ਸਕਦਾ। ਇਸ ਕਰਕੇ ਨਰਿੰਦਰ ਮੋਦੀ ਨੂੰ ਅਸਤੀਫਾ ਦੇਣਾ ਚਾਹੀਦਾ। ਜੇ ਉਹਨੇ ਉਦਘਾਟਨ ਕਰਨਾ ਸੀ, ਉਹ RSS ਦਾ ਮੁਖੀ ਬਣ ਕੇ ਆਉਂਦਾ, ਜਾਂ ਭਗਵੇ ਕਰਨ ਉਹਨਾਂ ਦੇ ਸਾਧੂ ਸਾਧੀਆਂ ਵਿਸ਼ਵ ਹਿੰਦੂ ਪਰਿਸ਼ਦ ਜਾਂ ਬਜਰੰਗ ਦਲ ਕਿਸੇ ਦਾ ਮੁਖੀ ਬਣ ਕੇ ਉਹਦੇ ਉਦਘਾਟਨ ਤਾਂ ਕਰ ਸਕਦਾ ਸੀ। ਉਹਨੇ ਬਹੁਤ ਵੱਡਾ ਅੱਜ ਕ੍ਰਾਈਮ ਕੀਤਾ, ਪੂਰੀ ਦੁਨੀਆ ਦੇ ਵਿੱਚ ਦੱਸ ਦਿੱਤਾ ਕਿ ਹਿੰਦੂ ਰਾਸ਼ਟਰ ਬਣਨ ਜਾ ਰਿਹਾ, ਪਰ ਅਸੀਂ ਹਿੰਦੂ ਰਾਸ਼ਟਰ ਬਣ ਨਹੀਂ ਦੇਵਾਂਗੇ, ਨਾ ਹੀ ਅਸੀਂ ਇਸ ਨੂੰ ਮੰਨਦੇ ਹਾਂ। ਦੂਜੇ ਪਾਸੇ ਜਿਵੇਂ ਕਲਿਆਣ ਸਿੰਘ ਚੀਫ ਮਿਨਿਸਟਰ ਸੀਗਾ ਤੇ ਨਰਸਿਮਹਾ ਰਾਓ ਕਾਂਗਰਸ ਦਾ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਰਲ ਕੇ ਉਦੋਂ ਬਾਬਰੀ ਮਸਜਿਦ ਢਾਈ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਗਾਜ਼ੀਆਬਾਦ ਦੇ ਵਿੱਚ ਅਸੀਂ ਸਾਡੀ ਗ੍ਰਿਫਤਾਰੀ ਦਿੱਤੀ। ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਹਿੱਤ ਭੇਜਿਆ ਸੀਗਾ ਬਾਬਰੀ ਮਸਜਿਦ ਦੇ ਢਾਉਣ ਦੇ ਹੱਕ ਦੇ ਵਿੱਚ, ਜਿਹਦਾ ਸਿੱਖ ਕੌਮ ਨੇ ਉਹਨੂੰ ਬਾਹਰ ਕੱਢ ਦਿੱਤਾ ਸੀ। ਅੱਜ RSS ਦਾ ਜਿਹੜਾ ਹੱਥ ਠੋਕਾ ਗਿਆਨੀ ਇਕਬਾਲ ਸਿੰਘ ਉੱਥੇ ਗਿਆ, ਜਿਹਦਾ ਸਿੱਖ ਕੌਮ ਦੇ ਨਾਲ ਕੋਈ ਸੰਬੰਧ ਨਹੀਂ, ਸਰਬੱਤ ਖਾਲਸਾ ਜੀ ਕੌਮ ਨੇ ਉਹਨੂੰ ਰੱਦ ਕਰ ਦਿੱਤਾ ਸੀ। ਉਹ ਵੀ RSS ਦਾ ਰਿੰਗ ਸੀਗਾ ਇੱਕ। ਪ੍ਰਕਾਸ਼ ਸਿੰਘ ਬਾਦਲ ਤੇ BJP RS ਨੇ ਉਹਨੂੰ ਭੇਜਿਆ, ਜਿਹਦਾ ਸਿੱਖ ਕੌਮ ਉਸ ਨੂੰ ਰੱਦ ਵੀ ਕਰਦੀ ਹੈ ਤੇ ਨਾ ਸਿੱਖ ਕੌਮ ਉਸ ਨੂੰ ਮੂੰਹ ਲਾਵੇਗੀ। ਇਸ ਕਰਕੇ ਇਹ ਜਿਹੜਾ ਸਾਰਾ ਕੁਝ ਹੋਇਆ ਇਹ ਬਹੁਤ ਮਾੜਾ ਹੋਇਆ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਇਸ ਕੇਸ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਲੈ ਕੇ ਜਾਣਗੇ ਕਿ ਨਰਿੰਦਰ ਮੋਦੀ ਨੇ ਇਹ ਜਾਬਰਾਨਾ ਹਿਟਲਰਸ਼ਾਹੀ ਕੀਤਾ। ਅੱਜ ਜਿਸ ਤਰੀਕੇ ਸਿੱਖ ਕੌਮ 1984 'ਚ ਰੋ ਰਹੀ ਸੀ, ਇਹਨਾਂ ਨੇ ਉਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜਦੋਂ ਸ਼ਹੀਦ ਹੋਏ, ਉਹਨਾਂ ਨੇ ਕੁੱਤਾ ਮਾਰਿਆ ਤੇ ਕੁੱਤਾ ਮਾਰ ਕੇ ਧੂ ਦਿੱਤਾ ਤੇ ਇਹਨਾਂ ਨੇ ਕੀ ਕੀਤਾ, ਲੱਡੂ ਵੰਡੇ, ਮੋਮਬੱਤੀਆਂ ਜਗਾਈਆਂ। ਅੱਜ 73 ਸਾਲ ਬਾਅਦ ਜੋ ਸਿੱਖ ਕੌਮ ਦੇ ਵਿੱਚ ਅੱਜ ਮੁਸਲਮਾਨ ਕੌਮ ਦੀ ਧੀ ਵੀ ਰੋ ਰਹੀ ਹੈ, ਬੱਚਾ ਰੋ ਰਿਹਾ ਹੈ, ਇੱਥੋਂ ਦੇ ਮਸਜਿਦਾਂ ਦੇ ਜਿਹੜੇ ਮੁਖੀਆ ਉਹ ਰੋ ਰਹੇ ਨੇ, ਦੇਸ਼ਾਂ ਵਿਦੇਸ਼ਾਂ 'ਚ ਰੋ ਰਹੇ ਨੇ, 21 ਜਿਹੜੇ ਮੁਲਕ ਹੈ ਉਹਨਾਂ ਦੇ ਆਗੂ ਰੋ ਰਹੇ ਨੇ। ਇਸ ਕਰਕੇ ਇਸ ਤਰੀਕੇ 73 ਸਾਲ ਬਾਅਦ ਜੋ ਸਾਡੇ ਤੇ 1984 6 ਜੂਨ ਬਲੈਕ ਡੇ ਸੀ ਨਾ, ਅੱਜ ਮੁਸਲਮਾਨ ਕੌਮ ਲਈ ਅੱਜ ਬਲੈਕ ਡੇ ਆ, ਕਾਲਾ ਦਿਨ ਹੈ। ਅਸੀਂ ਕਾਲੇ ਦਿਨ ਵਜੋਂ ਮਨਾਉਂਦੇ ਰਹਾਂਗੇ। ਮੈਂ ਅੱਜ ਅਪੀਲ ਕਰਦਾ, ਅਸੀਂ ਕੁੱਟ ਖਾਣ ਵੇਲੇ ਸਾਰੇ ਇਕੱਠੇ ਹੋ ਜਾਂਦੇ ਹਾਂ, ਮੁਸਲਮਾਨ ਸਾਈਜ਼ ਇਕੱਠੇ ਹੋ ਜਾਂਦੇ ਹਾਂ ਤੇ ਹੁਣ 3% ਬ੍ਰਾਹਮਣਵਾਦੀ ਸੋਚ ਸਾਨੂੰ ਮਾਰ ਰਹੀ ਹੈ। ਅਸੀਂ 85% ਲੋਕ ਰੋ ਰਹੇ, ਧਰਨੇ ਕਰ ਰਹੇ ਹਾਂ, ਮੁਜ਼ਾਹਰੇ ਕਰ ਰਹੇ ਹਾਂ, ਆਪਣੇ ਹੱਕ ਮੰਗ ਰਹੇ ਹਾਂ। 3% ਬ੍ਰਾਹਮਣਵਾਦੀ ਸੋਚ ਮਾਰ ਰਹੀ ਹੈ ਤੇ ਸਾਨੂੰ ਸਾਰਿਆਂ ਨੂੰ 85% ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ। ਜੇ ਕਿਸੇ ਗੁਆਂਢੀ ਦੇ ਘਰੇ ਅੱਗ ਲੱਗ ਜੇ ਨਾ, ਦੂਜਾ ਗੁਆਂਢੀ ਕਵੇ ਬਸੰਤਰ ਹੈ, ਇੱਕ ਦਿਨ ਉਸ ਦੇ ਘਰੇ ਵੀ ਇਹ ਆਉਂਦੀ ਹੈ। ਬਾਣੀ ਵਿੱਚ ਕੀ ਲਿਖਿਆ, ਜੇਹਾ ਬੀਜੈ ਸੋ ਲੂਣੇ ਕਰਮਾ ਸੰਗਣਾ, ਕਹੇ ਜਿਹੋ ਜਿਹਾ ਬੀਜ ਲਓਗੇ ਉਹੋ ਜਿਹਾ। ਵਾਲੇ ਮੋਦੀ ਸਾਹਿਬ ਤੁਸੀਂ ਯਾਦ ਰੱਖਿਆ ਜੇ, RSS ਤੂੰ ਯਾਦ ਰੱਖੀ, ਬਜਰੰਗ ਦਲ ਤੂੰ ਯਾਦ ਰੱਖੀ, ਇੱਕ ਦਿਨ ਤੇਰੇ ਤੇ ਵੀ ਦਿਨ ਆਵੇਂਗੇ ਅੱਖਾਂ 'ਚ ਘਸੁੰਨ ਦੇ ਕੇ ਤੁਸੀਂ ਵੀ ਰੋਵੋਗੇ। ਕਿਉਂ ਰੋਵੋਗੇ? ਸਿੱਖ ਕੌਮ ਵੀ ਤੁਹਾਡੀ ਦੁਸ਼ਮਣ ਹੈ, ਮੁਸਲਮਾਨ ਕੌਮ ਵੀ ਤੁਹਾਡੀ ਦੁਸ਼ਮਣ ਹੈ, ਈਸਾਈ ਕੌਮ ਵੀ ਹੁਣ ਤੁਹਾਡੀ ਦੁਸ਼ਮਣ ਹੈ, ਲੰਗਾਇਤ ਵੀ ਤੁਹਾਡੇ ਦੁਸ਼ਮਣ ਹੈ, ਆਦੀਵਾਸੀ ਵੀ ਤੁਹਾਡੇ ਦੁਸ਼ਮਣ ਹੈ, ਚੀਨ ਵੀ ਤੁਹਾਡਾ ਦੁਸ਼ਮਣ ਹੈ, ਪਾਕਿਸਤਾਨ ਵੀ ਤੁਹਾਡਾ ਦੁਸ਼ਮਣ ਹੈ, ਕਸ਼ਮੀਰ ਵੀ ਤੁਹਾਡਾ ਦੁਸ਼ਮਣ ਹੈ। 85% ਲੋਕ ਤੁਹਾਡੇ ਦੁਸ਼ਮਣ ਹੈ ਤੇ ਸਾਰੇ ਤੁਹਾਡੇ ਦੁਸ਼ਮਣ ਹੈ। ਹੁਣ ਤੁਸੀਂ ਇੱਕ ਮੰਦਿਰ ਬਣਾ ਕੇ, ਕਿਉਂਕਿ ਕੋਈ ਰਾਮ ਨਹੀਂ ਕਹਿੰਦਾ, ਕੋਈ ਅੱਲਾ ਨਹੀਂ ਕਹਿੰਦਾ, ਕੋਈ ਵਾਹਿਗੁਰੂ ਨਹੀਂ ਕਹਿੰਦਾ ਕਿਸੇ ਦਾ ਘਰ ਢਾਹ ਦਿਓ। ਇਸ ਕਰਕੇ ਤੁਸੀਂ ਅੱਜ ਵਾਹਿਗੁਰੂ ਦੇ ਖਿਲਾਫ ਗੱਲ ਕੀਤੀ ਹੈ, ਤੁਸੀਂ ਰਾਮ ਦੇ ਖਿਲਾਫ ਗੱਲ ਕੀਤੀ ਹੈ, ਤੁਸੀਂ ਅੱਲਾ ਦੇ ਖਿਲਾਫ ਗੱਲ ਕੀਤੀ ਹੈ। ਅੱਜ ਤੁਸੀਂ ਗੈਰਵਾਨ ਮਾਨਵਤਾਵਾਦੀ ਗੱਲ ਕੀਤੀ ਹੈ ਤੇ ਘੱਟ ਗਿਣਤੀਆਂ ਨੂੰ ਕੁਲ ਚਲਿਆ। ਇੱਕ ਦਿਨ ਤੁਸੀਂ ਵੀ ਅੱਖਾਂ 'ਚ ਘੁਸੁੰਨ ਦੇ ਕੇ रोमेंगे मोदी, याद रखे जे। मुस्लिम मोर्चे से संबंध रखता हूँ
जिस तरह से भारत के उच्च न्यायालय ने आस्था के आधार पर मस्जिद के ख़िलाफ़ और मंदिर के हक़ में फ़ैसला दिया है, हम मुसलमान भी सैकड़ों साल से उस मस्जिद की आस्था रखते थे। इसका मतलब तो ये हुआ कि संविधान न सुप्रीम कोर्ट की नज़र में कुछ है, न मोदी जी की नज़र में कुछ है। और आज जो मोदी जी ने संविधान 74 धारा 74A और 75A की खिलाफ वर्जी करके ये जता दिया है कि संविधान को मोदी जी 1% भी नहीं मानते। तो मेरे भाई, हम 85% लोगों को ये चाहिए कि ये देश के दुश्मन हैं, विदेशी लोग हैं, और इनसे संविधान के ख़िलाफ़ जो धज्जियाँ ये उड़ा रहे हैं, अगर इनकी धज्जियाँ उड़ाने से इनको नहीं रोका गया तो देश का ये अंग्रेज़ों से भी बुरा हाल कर देंगे और हम लोग फिर उसी तरीके से तड़पेंगे जिस तरह से अंग्रेज़ हमें तड़पाते थे। आज मेरे भाई, मुसलमान उसी तरह से रो रहा है जिस तरह से 1984 में हमारे सिख भाई रोए थे, जब उनके गलों में टायर डाल डाल के उनको जलाया गया था, उनकी माँ बहनों की इज्जतें लूटी गई थी, और गुरुद्वारा साहिब जिसमें मुसलमानों की भी आस्था है, उस तमाम धर्मों की भी आस्था है, उसके ऊपर बिल्डोज़र फिरवाए और हमारी पवित्र सेना को इस गुंडागर्दी करने के लिए इन्हीं विदेशी ब्राह्मणों ने आदेश दिए कि जाओ और दरबार साहब जैसी पवित्र जगह को, जिसको सारी दुनिया की आस्था है, उसको शहीद कर दिया जाए। और भिंडरा वाले जैसे शुहदा जिन्होंने अपनी कौम के लिए अपनी जान को कुर्बान करके अपनी कौम का नाम रोशन किया है, उनको बुरी तरीके से उन्होंने शहीद किया। और ये नहीं जानते कि जो राम को बदनाम करके राम भक्त कहकर और दूसरों के धर्म पर उंगलियां उठा रहे हैं, धज्जियां उठा रहे हैं, वो हमारे रहबरों की धज्जियां उड़ाकर और उनको शहीद करके लड्डू जो हैं वो बांट रहे हैं। मैं ऐसे दुश्मनों को देश दुश्मन मानता हूं, क्योंकि आज शिव सैनिक अपने हाथ में त्रिशूल लेकर, कृपान लेकर, हथियार लेकर अपने आप को देशभक्त कहते हैं, और अगर एक मुसलमान हाथ में एक लाठी लेकर मजबूरी की हालत में भी जाता है तो वो पाकिस्तानी कहलाता है। आज हमारा सिख भाई कोई कृपान डालकर अदालत में जाता है तो वो आतंकवादी कहलाता है। मेरे भाइयों, आज 85% लोग हमें जागने की ज़रूरत है कि इन ब्राह्मणों से, जो विदेश के लोग हैं, इस देश के वासी है ही नहीं, उनसे छुटकारा पाना हमारे लिए बहुत ज़रूरी है। और इंशाअल्लाह हम मुसलमान हैं, हम संविधान का पूरा सम्मान करते हैं, लेकिन हमारे देश को जिस तरह से ठेस पहुंचाई है, हम इंशाअल्लाह इस मंदिर को बनने ही नहीं देंगे, खुदा ने चाहा। और आज का दिन इसको काला दिवस मनाकर सारी ज़िंदगी तक अपने बच्चों को बताते रहेंगे कि इन गुंडों ने हमारी मस्जिद को शहीद करके, दरबार साहब को शहीद करके और लड्डू बांटे थे और वहाँ मंदिर बनाने की कोशिश की थी। मैं अपनी बात को इसी पर ख़त्म करता हूँ और मोदी जी से जो है वो इस्तीफे की मांग करता हूँ, क्योंकि उन्होंने संविधान की धज्जियाँ उड़ाई हैं और संविधान की धज्जियाँ उड़ाने वाला कभी भी देश का प्रधानमंत्री या देश का कोई नीचे से नीचा अधिकारी भी नहीं बन सकता। जय मूल निवासी, जय।